Hello students, let's discuss the chapter Liberty and Discipline written by Sir William Slim. He is well qualified to speak on the subject of discipline and the relation it bears to liberty. ये चैप्टर सर विलियम स्लिम ਦਾ ਲਿਖਿਆ ਹੋਇਆ ਹੈ ਤੇ ਰਾਈਟਰ ਡਿਸਪਲਿਨ ਤੇ ਇਸ ਦਾ ਡਿਸਪਲਿਨ ਦਾ ਸੰਬੰਧ ਜੋ ਲਿਬਰਟੀ ਨਾਲ ਹੈ ਇਸ ਵਿਸ਼ੇ ਦੇ ਉੱਪਰ ਬੋਲਣ ਦੇ ਲਈ ਪੂਰੀ ਤਰ੍ਹਾਂ ਕਾਬਿਲ ਹਨ। In this essay, the writer tells us about the importance of discipline in life. He gives an example and says, when you get in your car or on your bicycle, you can choose where you want to go. That's liberty. But as you drive or ride through the streets, you will keep to the left of the road. That is discipline. ਇਸ ਐਸੇ ਵਿੱਚ ਰਾਈਟਰ ਸਾਨੂੰ ਜੀਵਨ ਵਿੱਚ ਅਨੁਸ਼ਾਸਨ ਦੀ ਇੰਪੋਰਟੈਂਸ ਬਾਰੇ ਦੱਸਦਾ ਹੈ ਅਤੇ ਉਹ ਇੱਕ ਉਦਾਹਰਨ ਵੀ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜਦੋਂ ਤੁਸੀਂ ਆਪਣੀ ਕਾਰ ਜਾਂ ਸਾਈਕਲ 'ਤੇ ਸਵਾਰੀ ਕਰਦੇ ਹੋ ਤਾਂ ਤੁਹਾਡੀ ਇੱਛਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ। ਇਹ ਤੁਹਾਡੀ ਆਜ਼ਾਦੀ ਹੈ। ਪਰ ਜਦੋਂ ਤੁਸੀਂ ਗਲੀ ਵਿੱਚੋਂ ਗੁਜ਼ਰਦੇ ਹੋ ਤਾਂ ਤੁਸੀਂ ਸੜਕ ਦੇ ਖੱਬੇ ਪਾਸੇ ਹੀ ਚੱਲੋਗੇ। ਉਹ ਅਨੁਸ਼ਾਸਨ ਹੈ। There are 4 reasons to keep to the left. Number 1, our own advantage. Number 2, consideration for others. Number 3, confidence in your fellows. And number 4, fear of punishment. ਤੁਸੀਂ ਖੱਬੇ ਪਾਸੇ ਕਿਉਂ ਚੱਲਦੇ ਹੋ? ਇਹਦੇ 4 ਕਾਰਨ ਹੈ। ਪਹਿਲਾ ਕਾਰਨ ਕੀ ਹੈ ਕਿ ਇਹਦੇ ਵਿੱਚ ਤੁਹਾਡਾ ਆਪਣਾ ਫਾਇਦਾ ਹੈ। ਦੂਸਰਾ, ਤੁਸੀਂ ਦੂਸਰਿਆਂ ਦੇ ਬਾਰੇ ਸੋਚਦੇ ਹੋ, ਇਸ ਕਰਕੇ ਤੁਸੀਂ ਖੱਬੇ ਪਾਸੇ ਚੱਲਦੇ ਹੋ। ਅਤੇ ਤੀਸਰਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਖੱਬੇ ਪਾਸੇ ਚੱਲਦੇ ਹੋ ਤਾਂ ਤੁਹਾਡੇ ਜਿਹੜੇ ਸਾਥੀ ਆ ਉਹ ਤੁਹਾਡੇ 'ਤੇ ਭਰੋਸਾ ਕਰਦੇ ਹੈ। ਅਤੇ ਚੌਥਾ ਕਾਰਨ ਇਹ ਹੈਗਾ ਕਿ ਸਜ਼ਾ ਦਾ ਡਰ ਹੈ। ਨੈਕਸਟ ਰਾਈਟਰ ਸੇਜ਼ ਦੈਟ ਦੇਰ ਆਰ 2 kinds of discipline, pure self-discipline and the discipline enforced by the law or fear. The writer says that self-discipline is better. ਅਨੁਸ਼ਾਸਨ 2 ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੋ ਗਿਆ ਸ਼ੁੱਧ ਆਤਮ ਅਨੁਸ਼ਾਸਨ ਜਿਹੜਾ ਕਿ ਆਪਣੇ ਅੰਦਰੋਂ ਹੀ ਆਉਂਦਾ ਹੈ ਅਤੇ ਦੂਸਰਾ ਕਾਨੂੰਨ ਜਾਂ ਡਰ ਦੁਆਰਾ ਪੈਦਾ ਕੀਤਾ ਹੋਇਆ ਅਨੁਸ਼ਾਸਨ। ਅਤੇ ਰਾਈਟਰ ਦੇ ਮੁਤਾਬਕ ਜਿਹੜਾ ਸਾਡਾ ਸ਼ੁੱਧ ਆਤਮ ਅਨੁਸ਼ਾਸਨ ਹੈ ਉਹ ਬਹੁਤ ਵਧੀਆ ਅਨੁਸ਼ਾਸਨ ਹੁੰਦਾ ਹੈ। The writer says that discipline is a restraint on our liberty. So some people want to avoid it, but we can't avoid it. Ever since the beginning of mankind, we have had to accept the discipline of some kind. History teaches us that when there is indiscipline in a nation, its standard of living falls and security vanishes. Then either some more powerful nation comes and imposes its own brand of discipline, or a dictator arises and enforces military rule. But that's not the real type of discipline. The real discipline comes from within us. The voluntary discipline accepted by people is the best kind of discipline. ਰਾਈਟਰ ਕਹਿੰਦਾ ਹੈ ਕਿ ਅਨੁਸ਼ਾਸਨ ਸਾਡੀ ਆਜ਼ਾਦੀ ਦੇ ਉੱਤੇ ਇੱਕ ਰੋਕ ਹੁੰਦੀ ਹੈ, ਪ੍ਰਤੀਬੰਧ ਹੁੰਦਾ ਹੈ। ਇਸੇ ਕਰਕੇ ਲੋਕ ਇਸ ਤੋਂ ਬਚਣਾ ਚਾਹੁੰਦੇ ਹੈ ਪਰ ਬਚ ਨਹੀਂ ਸਕਦੇ। ਮਨੁੱਖ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਅਨੁਸ਼ਾਸਨ ਨੂੰ ਮੰਨਦਾ ਹੈ, ਉਹਨੂੰ ਮੰਨਣਾ ਹੀ ਪੈਂਦਾ ਹੈ। ਇਤਿਹਾਸ ਵੀ ਸਾਨੂੰ ਇਹੀ ਦੱਸਦਾ ਹੈ ਕਿ ਜਦੋਂ ਰਾਸ਼ਟਰ ਦੇ ਵਿੱਚ ਅਨੁਸ਼ਾਸਨਹੀਨਤਾ ਪੈਦਾ ਹੁੰਦੀ ਹੈ ਤਾਂ ਇਸ ਦੇ ਜੀਵਨ ਪੱਧਰ ਜਿਹੜਾ ਹੈ ਉਹ ਗਿਰ ਜਾਂਦਾ ਹੈ ਅਤੇ ਸੁਰੱਖਿਆ ਜਿਹੜੀ ਉਹ ਖਤਮ ਹੋ ਜਾਂਦੀ ਹੈ। ਤਾਂ ਫਿਰ ਕੁਝ ਸੈਨਿਕ ਸ਼ਕਤੀਆਂ ਪ੍ਰਵੇਸ਼ ਕਰਦੀਆਂ, ਉਹ ਅਨੁਸ਼ਾਸਨ ਸਖਤੀ ਦੇ ਨਾਲ ਥੋਪਦੀਆਂ ਲੋਕਾਂ ਦੇ ਉੱਤੇ। ਇੱਕ ਤਾਨਾਸ਼ਾਹ ਪੈਦਾ ਹੋ ਜਾਂਦਾ ਹੈ ਅਤੇ ਆਪਣਾ ਸਖਤ ਅਨੁਸ਼ਾਸਨ ਲਾਗੂ ਕਰ ਦਿੰਦਾ ਹੈ ਅਤੇ ਅਖੀਰ 'ਤੇ ਉਸ ਅਨੁਸ਼ਾਸਨ ਨੂੰ ਅਸੀਂ ਸਵੀਕਾਰ ਕਰ ਲੈਂਦੇ ਹਾਂ। ਤਾਂ ਹੁਣ ਇਹ ਹੈ ਵੀ ਇਹ ਅਨੁਸ਼ਾਸਨ ਸਾਡੇ ਬਾਹਰੋਂ ਆਇਆ ਜਾਂ ਸਾਡੇ ਅੰਦਰੋਂ ਆਉਂਦਾ ਹੈ।
ਤੇ ਰਾਈਟਰ ਕਹਿੰਦਾ ਹੈ ਕਿ ਉਹ ਡਿਸਪਲਿਨ ਸਰਵ ਉੱਤਮ ਹੈ ਜਿਸ ਨੂੰ ਲੋਕ ਆਪਣੀ ਇੱਛਾ ਦੇ ਨਾਲ ਸਵੀਕਾਰ ਕਰਨ। The author describes an incident. One day, a private soldier saluted him. The author took his salute with an airy wave of the hand. The author's colonel saw this. ਰਾਈਟਰ ਇੱਕ ਘਟਨਾ ਦਾ ਵਰਣਨ ਕਰਦਾ ਹੈ। ਇੱਕ ਦਿਨ ਇੱਕ ਪ੍ਰਾਈਵੇਟ ਸੈਨਿਕ ਨੇ ਉਹਨੂੰ ਸਲੂਟ ਕੀਤਾ। ਲੇਖਕ ਨੇ ਉਹਦੇ ਸਲੂਟ ਨੂੰ ਆਪਣੇ ਹੱਥ ਨੂੰ ਹਵਾ ਵਿੱਚ ਹਿਲਾ ਕੇ ਸਵੀਕਾਰ ਕੀਤਾ। ਲੇਖਕ ਦੇ ਕਰਨਲ ਨੇ ਇਸ ਗੱਲ ਨੂੰ ਦੇਖ ਲਿਆ। He punished him by making salute for 10 minutes to a cane planted on the ground. Then the colonel told the author, now remember, discipline begins with the officers. ਉਸਨੇ ਲੇਖਕ ਨੂੰ ਇਹ ਸਜ਼ਾ ਦਿੱਤੀ ਕਿ ਉਹ ਜ਼ਮੀਨ ਵਿੱਚ ਗੱਡੀ ਹੋਈ ਛੜੀ ਨੂੰ 10 ਮਿੰਟ ਤੱਕ ਸਲਾਮ ਕਰੇਗਾ। ਤਦ ਕਰਨਲ ਨੇ ਲੇਖਕ ਨੂੰ ਦੱਸਿਆ ਕਿ ਹੁਣ ਯਾਦ ਰੱਖੋ, ਅਨੁਸ਼ਾਸਨ ਅਫਸਰਾਂ ਤੋਂ ਸ਼ੁਰੂ ਹੁੰਦਾ ਹੈ। By referring to this incident, the author means to say that the leader must accept a higher degree of responsibility and a harder standard of self-discipline than his subordinates. An officer can only build up the leadership of his team on the discipline of understanding. ਇਸ ਘਟਨਾ ਦਾ ਜ਼ਿਕਰ ਕਰਨ ਨਾਲ ਲੇਖਕ ਦਾ ਇਹ ਮਤਲਬ ਹੈ ਕਿ ਅਗਰ ਤੁਹਾਡੇ ਕੋਲੇ ਕੋਈ ਅਹੁਦਾ ਹੈ ਜਾਂ ਤੁਸੀਂ ਚਾਰਜ ਹੈਡ ਹੋ ਤਾਂ ਤੁਹਾਡੀ ਸੈਲਫ ਡਿਸਿਪਲਿਨ ਦੀ ਜ਼ਿੰਮੇਵਾਰੀ ਤੁਹਾਡੇ ਸਬਆਰਡੀਨੇਟਸ ਨਾਲੋਂ ਕਈ ਗੁਣਾ ਜ਼ਿਆਦਾ ਹੈ। ਤੁਹਾਡੇ ਆਰਡਰ ਤਾਂ ਹੀ ਮੰਨੇ ਜਾਣਗੇ ਜੇ ਤੁਸੀਂ ਖੁਦ ਅਨੁਸ਼ਾਸਨ ਨੂੰ ਮੰਨਦੇ ਹੋ। ਇੱਕ ਅਫਸਰ ਆਪਣੀ ਟੀਮ ਦੀ ਅਗਵਾਈ ਅਨੁਸ਼ਾਸਨ ਦੇ ਨਾਲ ਹੀ ਕਰ ਸਕਦਾ ਹੈ, ਬਿਨਾਂ ਅਨੁਸ਼ਾਸਨ ਤੋਂ ਨਹੀਂ ਕਰ ਸਕਦਾ। It's only discipline that enables men to live in a community and yet have individual liberty. If there is no discipline, security for the weak and the poor vanishes. That's why accepting discipline voluntarily is not derogatory, it is ennobling. The discipline of the dictatorship ignores the liberty of the individual. But the self-discipline fosters character and initiative. It makes a man do his work without being watched because it is worth doing. The author gives the example of the war. Thousands of British railway signalmen performed their duty voluntarily in the time of danger. ਇਹ ਸਿਰਫ ਅਨੁਸ਼ਾਸਨ ਹੀ ਹੈ ਜੋ ਮਨੁੱਖ ਨੂੰ ਇਸ ਕਾਬਲ ਬਣਾਉਂਦਾ ਹੈ ਕਿ ਉਹ ਸਮੁਦਾਇ ਦੇ ਵਿੱਚ ਵੀ ਰਵੇ ਅਤੇ ਫਿਰ ਵੀ ਉਹਦੀ ਆਪਣੀ ਪਰਸਨਲ ਆਜ਼ਾਦੀ ਉਹਦੇ ਕੋਲੇ ਹੋਵੇ। ਪਰ ਅਨੁਸ਼ਾਸਨ ਜੇਕਰ ਨਾ ਹੋਊਗਾ ਤਾਂ ਉਹਦੇ ਨਾਲ ਕੀ ਹੋਊਗਾ ਕਿ ਕਮਜ਼ੋਰ ਅਤੇ ਗਰੀਬ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਖਤਮ ਹੋ ਜੂਗੀ। ਇਸ ਲਈ ਜੇਕਰ ਅਨੁਸ਼ਾਸਨ ਨੂੰ ਆਪਣੀ ਇੱਛਾ ਦੇ ਨਾਲ ਸਵੀਕਾਰ ਕਰ ਲਈਏ ਤਾਂ ਇਸ ਵਿੱਚ ਕੋਈ ਅਪਮਾਨ ਨਹੀਂ ਹੈ, ਸਗੋਂ ਇਹ ਤਾਂ ਨੇਕੀ ਵਾਲਾ ਕੰਮ ਹੈ। ਜਿਹੜਾ ਤਾਨਾਸ਼ਾਹ ਦਾ ਅਨੁਸ਼ਾਸਨ ਹੁੰਦਾ ਨਾ ਉਹ ਵਿਅਕਤੀ ਦੀ ਜੋ ਵਿਅਕਤੀਗਤ ਆਜ਼ਾਦੀ ਹੈ ਉਹਨੂੰ ਇਗਨੋਰ ਕਰ ਦਿੰਦਾ ਹੈ। ਪਰ ਜੋ ਸੈਲਫ ਡਿਸਿਪਲਿਨ ਹੈ ਨਾ ਉਹ ਕਰੈਕਟਰ ਅਤੇ ਪਹਿਲ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਕਿਸੇ ਵੀ ਵਿਅਕਤੀ ਨੂੰ ਇਸ ਕਾਬਲ ਬਣਾਉਂਦਾ ਹੈ ਕਿ ਕੋਈ ਬੰਦਾ ਉਸ 'ਤੇ ਨਜ਼ਰ ਰੱਖੇ ਜਾਂ ਨਾ ਰੱਖੇ ਪਰ ਉਹ ਆਪਣਾ ਕੰਮ ਕਰਦਾ ਰਹੇ ਕਿਉਂਕਿ ਉਹ ਕੰਮ ਕਰਨ ਦੇ ਯੋਗ ਹੁੰਦਾ ਹੈ। ਰਾਈਟਰ ਇੱਕ ਯੁੱਧ ਦਾ ਉਦਾਹਰਨ ਵੀ ਦਿੰਦਾ ਹੈ। ਬ੍ਰਿਟਿਸ਼ ਰੇਲਵੇ ਦੇ ਹਜ਼ਾਰਾਂ ਸਿਗਨਲਮੈਨਾਂ ਨੇ ਖਤਰੇ ਦੇ ਸਮੇਂ ਆਪਣੀ ਡਿਊਟੀ ਨੂੰ ਆਪਣੀ ਇੱਛਾ ਦੇ ਨਾਲ ਨਿਭਾਇਆ। A nation can get out of a difficult economic or military position with the help of discipline. If everyone really works when we are supposed to be working, we can face any economic crisis. The writer says that we never get worthwhile thing without paying something for it. Same is the case with liberty. We can have discipline without liberty, but we can't have liberty without discipline.
ਕੋਈ ਵੀ ਨੇਸ਼ਨ ਡਿਸਪਲਿਨ ਦੀ ਮਦਦ ਦੇ ਨਾਲ ਔਖੀ ਆਰਥਿਕ ਜਾਂ ਸੈਨਿਕ ਹਾਲਤ ਵਿੱਚੋਂ ਬਾਹਰ ਨਿਕਲ ਸਕਦਾ ਹੈ। ਜੇ ਹਰ ਕੋਈ ਉਸ ਸਮੇਂ ਸੱਚਮੁੱਚ ਕੰਮ ਕਰੇ ਜਦੋਂ ਉਸ ਤੋਂ ਕੰਮ ਦੀ ਉਮੀਦ ਹੁੰਦੀ ਹੈ ਤਾਂ ਅਸੀਂ ਕਿਸੇ ਵੀ ਆਰਥਿਕ ਸੰਕਟ ਦਾ ਸਾਹਮਣਾ ਕਰ ਸਕਦੇ ਹਾਂ। ਰਾਈਟਰ ਸਾਨੂੰ ਇਹ ਵੀ ਦੱਸਦਾ ਹੈ ਕਿ ਸਾਨੂੰ ਕੋਈ ਵੀ ਸਹੀ ਚੀਜ਼ ਉਦੋਂ ਤੱਕ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਬਦਲੇ ਵਿੱਚ ਕੁਝ ਨਾ ਦਈਏ। ਇਹੀ ਗੱਲ ਆਜ਼ਾਦੀ ਦੇ ਉੱਤੇ ਵੀ ਲਾਗੂ ਹੁੰਦੀ ਹੈ। ਅਸੀਂ ਆਜ਼ਾਦੀ ਤੋਂ ਬਿਨਾਂ ਅਨੁਸ਼ਾਸਨ ਪ੍ਰਾਪਤ ਕਰ ਸਕਦੇ ਹਾਂ, ਪਰ ਅਸੀਂ ਅਨੁਸ਼ਾਸਨ ਤੋਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ। ਡੀਅਰ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਇਹ ਚੈਪਟਰ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬੇਟੇ ਵੀਡੀਓ ਵੇਖ ਕੇ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਅਤੇ ਇਹ ਮੇਰਾ ਚੈਨਲ ਸੁਰੇਸ਼ਟਾ ਗੁਪਤਾ ਦੇ ਨਾਮ 'ਤੇ ਹੈ, ਇਸ ਨੂੰ ਸਬਸਕ੍ਰਾਈਬ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਇਸ ਬਾਰੇ ਦੱਸੋ ਤਾਂ ਕਿ ਉਹ ਇਹਨਾਂ ਵੀਡੀਓਜ਼ ਦਾ ਫਾਇਦਾ ਉਠਾ ਸਕਣ। ਅਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੇ ਲਿਬਰਟੀ ਐਂਡ ਡਿਸਿਪਲਿਨ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਥੈਂਕ ਯੂ। ਹੈਵ ਅ ਨਾਈਸ ਡੇ।